ਗੁਰੂ ਘਰ ਤੋਂ ਇਹ ਬਾਹਰ ਦੀ ਅਨਾਉਂਸਮੈਂਟ ਹੈ। ਟੂਰਨਾਮੈਂਟ ਜੋ ਹੋ ਰਿਹਾ ਹੈ ਇੰਡੀਅਨਐਪਲਸ ਦੀ ਸਾਰੀ ਹੀ ਵੀਰਾਂ ਵੱਲੋਂ ਜਿੰਨੇ ਵੀ ਸਪਾਂਸਰ ਹਨ ਉਹਨਾਂ ਵੱਲੋਂ ਇਹ ਸਪਾਂਸਰ ਕੀਤਾ ਗਿਆ ਹੈ। ਜੋ ਕਬੱਡੀ ਦਾ ਟੂਰਨਾਮੈਂਟ ਹੈ ਉਹ ਕਰਵਾਇਆ ਜਾ ਰਿਹਾ ਹੈ ਇੰਡੀਅਨਐਪਲਸ ਦੇ ਵਿੱਚ ਨੈਕਸਟ ਵੀਕ ਦਿਨ ਸ਼ਨੀਚਰਵਾਰ 9 ਜੁਲਾਈ ਨੂੰ 7300 ਈਸਟ ਟਰੋਏ ਐਵਨਿਊ। ਸਿਰਫ ਗੁਰਦੁਆਰਾ ਸਾਹਿਬ ਤੋਂ 9-10 ਮਿੰਟ ਦੀ ਡਰਾਈਵ ਹੈ। ਆਪ ਜੀ ਨੇ ਜੇ ਬਹੁਤੀ ਜਾਣਕਾਰੀ ਉਸ ਬਾਰੇ ਲੈਣੀ ਹੈ ਸਾਡੇ ਵੀਰ ਬਾਹਰ ਬੈਠੇ ਹਨ ਟੂਰਨਾਮੈਂਟ ਲਈ, ਔਰ ਜੇ ਕਿਸੇ ਬੱਚੇ ਨੇ ਕੋਈ ਨਾਮ ਲਿਖਾਉਣਾ ਹੈ ਉਹ ਨਾਮ ਵੀ ਲਿਖਾ ਸਕਦਾ ਹੈ। ਰੱਸਾਕਸ਼ੀ ਦੀ ਜੋ ਉੱਥੇ ਖੇਡਾਂ ਹਨ, ਫੁੱਟਬਾਲ, ਵਾਲੀਬਾਲ, ਕਬੱਡੀ ਦਾ ਟੂਰਨਾਮੈਂਟ, ਇੰਡੀਆ ਤੋਂ ਟੀਮਾਂ ਆ ਰਹੀਆਂ ਹਨ ਔਰ ਬਹੁਤ ਹੀ ਇਹ ਦੇਰ ਬਾਅਦ ਜੋ ਪ੍ਰੋਗਰਾਮ ਇੰਡੀਅਨਐਪਲਸ ਵਿੱਚੋਂ ਲੀਕਿਆ ਗਿਆ ਹੈ ਸਾਰਿਆਂ ਦਾ ਹੀ ਸਾਂਝਾ ਪ੍ਰੋਗਰਾਮ ਹੈ। ਖੇਡਾਂ ਕਿਉਂ ਜ਼ਰੂਰੀ ਹਨ? ਖੇਡਾਂ ਇਸ ਲਈ ਜ਼ਰੂਰੀ ਹਨ ਕਿ ਆਪਾਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨਾ ਜਾਣ। ਨਸ਼ਿਆਂ ਵਾਲੇ ਪਾਸੇ ਜਾਣ ਦੀ ਬਜਾਏ ਉਹੀ ਜੋ ਆਪਣਾ ਐਨਰਜੀ ਹੈ ਖੇਡਾਂ ਵਾਲੇ ਪਾਸੇ ਵੇਸਟ ਕਰਨ, ਤਾਂ ਜੋ ਉਸ ਪਾਸੇ ਉਹਨਾਂ ਦਾ ਮਨ ਲੱਗਾ ਰਹੇ। ਇਸੇ ਕਰਕੇ ਖੇਡਾਂ ਰੱਖੀਆਂ ਜਾਂਦੀਆਂ ਹਨ। ਆਪ ਜੀ ਨੇ ਜ਼ਰੂਰ ਉੱਥੇ ਜਾ ਕੇ ਹਾਜ਼ਰੀ ਭਰਨੀ। ਉਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਭਗਤਾਂ ਦਾ ਜੋ ਹਮੇਸ਼ਾ ਗੁਰੂ ਸਾਹਿਬਾਂ ਦੇ ਗੁਰੂ ਅਰਜਨ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ, ਕਿ ਭਗਤਾਂ ਬਾਰੇ ਉਹਨਾਂ ਦੇ ਕੀ ਵਿਚਾਰ ਸਨ। ਜੋ ਭਗਤਾਂ ਦੀ ਬਾਣੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ, ਉਹ 15 ਭਗਤਾਂ ਦੀ ਜੋ ਬਾਣੀ ਹੈ ਉਹ ਇਹ ਨਹੀਂ ਕਿ ਗੁਰੂ ਸਾਹਿਬ ਕੋਈ ਇਕੱਲੇ ਇਕੱਲੇ ਭਗਤ ਕੋਲ ਕਿਤੇ ਗਏ ਸਨ ਜਾਂ ਕਿੱਥੋਂ ਉਹਨਾਂ ਬਾਣੀ ਲੈ ਕੇ ਆਉਂਦੀ ਸੀ। ਉਹ ਗੁਰੂ ਸਾਹਿਬ ਜਾਨੀ ਜਾਣ ਸਨ, ਸਭ ਸਮਰੱਥ ਸਨ। ਭਾਈ ਗੁਰਦਾਸ ਜੀ ਨੇ ਪੁੱਛਿਆ, ਮਹਾਰਾਜ ਬਾਣੀ ਲਿਖਣ ਲੱਗੇ ਹਾਂ, ਹੁਣ ਇਹ ਦੱਸੋ ਕਿ ਜੋ ਭਗਤਾਂ ਦੀ ਤੁਸੀਂ ਬਾਣੀ ਕਿਹਾ ਹੈ ਇਹ ਕਿਵੇਂ ਲਿਖੀ ਜਾਣੀ ਹੈ? ਮਹਾਰਾਜ ਨੇ ਜਦੋਂ ਬਾਣੀ ਲਿਖਵਾਉਣੀ ਸ਼ੁਰੂ ਕੀਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਕਹਿੰਦੇ ਮਹਾਰਾਜ ਮੈਨੂੰ, ਭਾਈ ਗੁਰਦਾਸ ਜੀ ਵੈਸੇ ਮਾਮਾ ਜੀ ਲੱਗਦੇ ਸਨ ਗੁਰੂ ਅਰਜਨ ਪਾਤਸ਼ਾਹ ਜੀ ਦੇ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋ ਭਰਾ ਦੇ ਪੁੱਤਰ ਸਨ, ਇਸ ਕਰਕੇ ਮਾਮਾ ਜੀ ਵੀ ਲੱਗਦੇ ਸਨ। ਜੋ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਹੈ ਉਹ ਭਾਈ ਗੁਰਦਾਸ ਜੀ ਨੇ ਸਾਰੀ ਬਾਣੀ ਲਿਖੀ ਔਰ ਬਾਬਾ ਬੁੱਢਾ ਜੀ ਕਲਮਾ ਕੱਢ ਕੇ ਦਿੰਦੇ ਰਹੇ। ਔਰ ਉੱਥੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹਨਾਂ ਭਗਤਾਂ ਦੇ ਵੀ ਸਾਰੇ ਦਰਸ਼ਨ ਕਰਵਾਏ ਉਹਨਾਂ ਨੂੰ ਔਰ ਜੋ ਬਾਣੀ ਲਿਖੀ ਗਈ। ਉਸ ਤੋਂ ਉਪਰੰਤ ਜੋ ਭਗਤਾਂ ਦਾ ਮੈਂ ਦੱਸਣ ਲੱਗਾ ਸੀ ਕੀ ਗੁਰੂ ਸਾਹਿਬ ਲਈ ਮਹੱਤਵ ਹੈ। ਗੁਰੂ ਸਾਹਿਬ ਨੇ ਇੱਕ ਵਾਰ ਕਹਿੰਦੇ ਨੇ, ਜੇ ਆਪਾਂ ਇੱਕ ਹਿਸਟਰੀ ਦੀ ਇਤਿਹਾਸ ਦੀ ਕਥਾ ਜੋ ਸੁਣੀ ਹੈ, ਬੁੱਧੂ ਦਾ ਆਵਾ ਕੱਚਾ ਰਹਿ ਗਿਆ। ਉੱਥੇ ਕਹਿੰਦੇ ਭਾਈ ਬੁੱਧੂ ਜੀ ਨੇ ਜੋ ਆਵਾ ਲਾਇਆ ਸੀ ਉਹ ਸਾਰੇ ਹੀ ਕਈ ਸੇਠਾਂ ਤੋਂ ਪੈਸਾ ਚੱਕ ਕੇ, ਕਰਜ਼ਾ ਚੱਕ ਕੇ ਆਵਾ ਲਾਇਆ ਔਰ ਗੁਰੂ ਸਾਹਿਬਾਂ ਨੂੰ ਅੱਗੇ ਜਾ ਕੇ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਆਵਾ ਪੱਕਾ ਨਿਕਲੇ। ਤੇ ਮਹਾਰਾਜ ਨੇ ਕਿਹਾ ਕੋਈ ਨਹੀਂ, ਅਰਦਾਸ ਕਰਾਓ, ਲੰਗਰ ਕਰਾਓ, ਆਵਾ ਪੱਕਾ ਹੀ ਨਿਕਲੇਗਾ। ਭਾਈ ਬੁੱਧੂ ਜੀ ਨੇ ਲੰਗਰ ਪਾਣੀ ਕਰਾਇਆ। ਉਹ ਜਦ ਇੱਕ ਗੁਰਸਿੱਖ ਆਇਆ ਇਹ ਸੁਣ ਕੇ ਕਿ ਭਾਈ ਇੱਥੇ ਗੁਰੂ ਦਾ ਲੰਗਰ ਲੱਗਾ ਹੈ। ਲੰਗਰ ਉਸ ਟਾਈਮ ਮਸਤਾਨਾ ਹੋ ਚੁੱਕਾ ਸੀ। ਭਾਈ ਬੁੱਧੂ ਦੇ ਘਰਦਿਆਂ ਨੇ ਉਸ ਗੁਰਸਿੱਖ ਨੂੰ ਇਸ ਤਰ੍ਹਾਂ ਹੀ ਮੋੜ ਦਿੱਤਾ ਕਿ ਭਾਈ ਲੰਗਰ ਮਸਤਾਨਾ ਹੋ ਚੁੱਕਾ ਹੈ। ਗੁਰਸਿੱਖ ਕਹਿੰਦਾ ਕਿ ਭਾਈ ਇਸ ਤਰ੍ਹਾਂ ਮੈਂ ਜਾਣਾ, ਮੈਂ ਕੋਈ ਮੰਗਣ ਨਹੀਂ ਆਇਆ, ਮੈਨੂੰ ਪਤਾ ਲੱਗਿਆ ਗੁਰੂ ਦਾ ਲੰਗਰ ਲੱਗਾ ਇਸ ਕਰਕੇ ਮੈਂ ਆਇਆ ਹਾਂ। ਉਹ ਸਨ ਭਾਈ ਲੱਖੂ ਜੀ। ਭਾਈ ਲੱਖੂ ਜੀ ਜਾਣ ਲੱਗੇ ਜਦੋਂ ਉਹਨਾਂ ਕਿਹਾ ਕਿ ਭਾਈ ਲੰਗਰ ਨਹੀਂ ਹੈ ਇੱਥੋਂ ਤੁਸੀਂ ਚਲੇ ਜਾਓ, ਜਿਸ ਤਰ੍ਹਾਂ ਆਪਣੇ ਘਰਦਿਆਂ ਦਾ ਸੁਭਾਅ ਹੁੰਦਾ ਹੈ ਕਿ ਬਈ ਨਹੀਂ ਹੈਗਾ ਚਲੇ ਜਾਓ, ਤਾਂ ਉਹਨਾਂ ਨੇ ਭਾਈ ਲੱਖੂ ਜੀ ਨੇ ਕਿਹਾ ਤੁਹਾਡਾ ਆਵਾ ਕੱਚਾ ਰਹੇਗਾ। ਹੁਣ ਜਦੋਂ ਆਪਾਂ ਭੱਠੇ ਦੇ ਵਿੱਚ ਵੇਖਿਆ ਛੋਟੀ ਖਿੜਕੀ ਹੁੰਦੀ ਆ, ਉਹਨੂੰ ਖੋਲ੍ਹ ਕੇ ਵੇਖ ਲੈਂਦੇ ਹਨ ਇੱਟਾਂ ਪੱਕ ਗਈਆਂ ਹਨ ਕਿ ਨਹੀਂ। ਜਦ 19 ਇੱਟਾਂ ਦੇਖੀਆਂ ਉਹ ਪੱਕੀਆਂ ਸਨ। ਹੁਣ ਜਦ ਉਹ ਆਵਾ ਖੋਲ੍ਹਿਆ ਗਿਆ ਤੇ ਉਹ ਕੱਚਾ ਨਿਕਲਿਆ। ਭਾਈ ਬੁੱਧੂ ਜੀ ਦੌੜੇ ਗਏ ਗੁਰੂ ਅਰਜਨ ਪਾਤਸ਼ਾਹ ਜੀ ਕੋਲ ਕਿ ਮਹਾਰਾਜ ਆਵਾ ਤੇ ਕੱਚਾ ਨਿਕਲਿਆ ਇਸ ਤਰ੍ਹਾਂ। ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਸਮਰੱਥ ਸਨ, ਉਹਨਾਂ ਨੇ ਧਿਆਨ ਲਾ ਕੇ ਦੇਖਿਆ, ਕਹਿੰਦੇ ਤੁਸੀਂ ਜਦੋਂ ਲੰਗਰ ਕਰਵਾਇਆ ਸੀ ਕਿਸੇ ਨੂੰ ਕੋਈ ਨਿਰਾਸ਼ ਤੇ ਨਹੀਂ ਮੋੜਿਆ? ਕਹਿੰਦੇ ਜੀ ਨਹੀਂ ਮਹਾਰਾਜ ਕਿਸੇ ਨੇ ਨਿਰਾਸ਼ ਨਹੀਂ ਮੋੜਿਆ ਸੀ, ਤੇ ਲੰਗਰ ਸਾਰਿਆਂ ਨੂੰ ਛਕਾਇਆ ਸੀ। ਕਹਿੰਦੇ ਫਿਰ ਵੀ ਆਪਣੇ ਘਰਦਿਆਂ ਤੋਂ ਪਤਾ ਕਰ ਲਓ। ਜਦੋਂ ਪਤਾ ਕੀਤਾ ਉਹ ਕਹਿੰਦੇ ਜੀ ਇੱਕ ਇਸ ਤਰ੍ਹਾਂ ਕੋਈ ਫਕੀਰ ਸੀ, ਉਹ ਇਸ ਤਰ੍ਹਾਂ ਲੰਗਰ ਮੰਗ ਰਿਹਾ ਸੀ ਪਰ ਅਸੀਂ ਉਹਨੂੰ ਮੋੜ ਦਿੱਤਾ। ਫਿਰ ਉਹ ਗੁਰੂ ਅਰਜਨ ਪਾਤਸ਼ਾਹ ਜੀ ਗਿਆ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਉਹ ਭਾਈ ਲੱਖੂ ਸੀ।
ਸਾਡਾ ਭਗਤ ਸੀ ਉਹ, ਤੁਸੀਂ ਉਹਨੂੰ ਨਿਰਾਸ਼ਾ ਮੋੜ ਦਿੱਤਾ ਤੇ ਉਹ ਜਾਂਦਾ ਜਾਂਦਾ ਇਹ ਬਚਨ ਕਰ ਗਿਆ। ਗੁਰੂ ਪਾਤਸ਼ਾਹ ਨੇ ਫਿਰ ਉਹ ਸ਼ਬਦ ਭਗਤ ਨਾਮਦੇਵ ਜੀ ਦਾ, ਮੇਰੀ ਬਾਂਦੀ ਭਗਤ ਛਡਾਵੇ ਬਾਂਦੇ ਭਗਤ ਨਾ ਛੂਟੇ ਮੋਹੇ, ਕਿ ਮੇਰੀ ਜਿਹੜੀ ਬੰਨੀ ਹੋਈ ਗੱਲ ਏ, ਮੇਰੀ ਕਹੀ ਹੋਈ ਗੱਲ ਭਗਤ ਜਿਹੜੇ ਨੇ ਉਹ ਮੋੜ ਸਕਦੇ ਨੇ, ਵਰਤਾ ਸਕਦੇ ਨੇ। ਸੰਤ ਬ੍ਰਹਮ ਗਿਆਨੀ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਮੋੜ ਸਕਦੇ ਨੇ। ਪਰ ਮੈਂ ਜੋ ਕਿਹਾ ਉਹ ਜ਼ਰੂਰੀ ਨਹੀਂ ਉਹ ਵੀ ਪੂਰਾ ਹੋਵੇਗਾ, ਪਰ ਭਗਤਾਂ ਦਾ ਗਿਆ ਹੋਇਆ ਪਹਿਲ ਹੈ। ਉਹ ਫਿਰ ਕਹਿੰਦੇ ਇਸ ਤਰ੍ਹਾਂ ਕਰੋ, ਹੁਣ ਮਹਾਰਾਜ ਤੁਸੀਂ ਤੇ ਇਹ ਗੱਲ ਕਹੀ ਸੀ ਕਿ ਆਵਾ ਪੱਕਾ ਨਿਕਲੇਗਾ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਫਿਕਰ ਨਾ ਕਰੋ, ਤੁਹਾਡਾ ਆਵਾ ਬੇਸ਼ੱਕ ਕੱਚਾ ਰਹਿ ਗਿਆ, ਪਰ ਭਗਤ ਦੀ ਮੈਂ ਗੱਲ ਪਲਟਾ ਨਹੀਂ ਸਕਦਾ ਹੁਣ, ਜੋ ਉਹਨਾਂ ਦੇ ਮੂੰਹ ਨਿਕਲਿਆ ਹੈ। ਆਵਾ ਤੁਹਾਡਾ ਕੱਚਾ ਰਹੇਗਾ, ਪਰ ਇੱਟਾਂ ਜੋ ਪੱਕੇ ਦੇ ਭਾਅ ਵਿਕਣਗੀਆਂ। ਉਹ ਕਹਿੰਦੇ ਬਾਅਦ ਵਿੱਚ ਫਿਰ ਕਿਤੇ ਸਾਉਣ ਦਾ ਮਹੀਨਾ ਆਇਆ, ਤਰਨਤਾਰਨ ਦੇ ਵਿੱਚ ਉੱਥੇ ਕੋਈ ਸਰਾਂ ਬਣਨੀ ਸੀ, ਉੱਥੇ ਫਿਰ ਉਹ ਬਾਰਿਸ਼ ਦੇ ਵਿੱਚ ਉਹਨਾਂ ਨੂੰ ਇੱਟਾਂ ਨਹੀਂ ਮਿਲੀਆਂ ਕਿਤੇ। ਉਸ ਟਾਈਮ ਦੇ ਮੁਗਲ ਜਿਹੜੇ ਸਨ, ਇੱਟਾਂ ਨਾ ਮਿਲੀਆਂ, ਉਹਨਾਂ ਨੂੰ ਪਤਾ ਲੱਗਾ ਕਿਤੇ ਬੁੱਧੂ ਦਾ ਆਵਾ ਹੈ ਇੱਥੇ, ਉਹ ਵੀ ਇੱਟਾਂ ਪੱਕੇ ਦੇ ਭਾਅ ਵਿਕੀਆਂ ਹੋਏ। ਇਸ ਤਰ੍ਹਾਂ ਕੀ ਹੈ ਕਿ ਭਗਤਾਂ ਦਾ ਵੀ ਕਿਹਾ ਨਹੀਂ ਮੋੜਿਆ, ਉਹ ਗੁਰੂ ਸਾਹਿਬ ਦਾ ਵੀ ਕਿਹਾ ਹੋਇਆ ਪੂਰਾ ਹੋ ਗਿਆ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ। ਉਹ ਅਗਲੇ ਵੀਕ ਆਪਾਂ ਇਸੇ ਤਰ੍ਹਾਂ ਹੀ ਜੁੜਨਾ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ। ਆਪ ਸੰਗਤਾਂ ਨੇ ਇਸੇ ਤਰ੍ਹਾਂ ਹੁਮ ਕੇ ਪਹੁੰਚਣਾ। ਅਗਲੇ ਵੀਕ ਵੀ ਜੇ ਟਾਈਮ ਲੱਗਿਆ ਤੇ ਆਪ ਜੀ ਨੂੰ ਜ਼ਰੂਰ, ਟਾਈਮ ਮਿਲਿਆ ਤਾਂ ਜ਼ਰੂਰ ਆਪ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਾਰੇ ਚਾਨਣਾ ਪਾਵਾਂਗੇ, ਉਹਨਾਂ ਦੇ ਜੀਵਨ ਬਾਰੇ। ਬਾਕੀ ਸਾਡੇ ਵਿਦਵਾਨ ਸੱਜਣ ਹਨ, ਇਹ ਸਾਰਾ ਕੁਝ ਆਪ ਹੀ ਵੈਸੇ ਤਾਂ ਕੀਰਤਨ ਰਾਹੀਂ, ਕਥਾ ਰਾਹੀਂ ਦੱਸ ਦਿੰਦੇ ਹਨ। ਆਓ ਇਹਨਾਂ ਗੱਲਾਂ ਦੇ ਨਾਲ ਹੀ ਦਾਸ ਖੇਮਾ ਦਾ ਜਾਚਕ ਹੋਵੇਗਾ। ਆਨੰਦ ਸਾਹਿਬ ਹੁਣ ਪੜ੍ਹਿਆ ਜਾਵੇਗਾ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।